ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਮਨਦੀਪ ਕੌਰ, ਪੰਜਾਬੀ ਵਿਭਾਗ, ਹੰਸ ਰਾਜ ਮੇਲਾ ਮਹਾਵਿਦਿਆਲਾ ਜਲੰਧਰ। ਅੱਜ ਆਪ ਸਭ ਦੇ ਨਾਲ ਮੁੱਢਲੀ ਪੰਜਾਬੀ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਖੇਤੀਬਾੜੀ ਨਾਲ ਸੰਬੰਧਿਤ ਸ਼ਬਦਾਵਲੀ ਬਾਰੇ ਵਿਚਾਰ ਚਰਚਾ ਕਰਾਂਗੇ। ਖੇਤੀਬਾੜੀ ਨਾਲ ਸੰਬੰਧਿਤ ਸ਼ਬਦਾਵਲੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਹਨ ਜਿਨ੍ਹਾਂ ਬਾਰੇ ਮੁੱਢਲੀ ਪੰਜਾਬੀ ਦੇ ਵਿਦਿਆਰਥੀ ਬਹੁਤਾ ਨਹੀਂ ਜਾਣਦੇ, ਕਿਉਂਕਿ ਇਹ ਬਾਹਰਲੇ ਰਾਜਾਂ ਨਾਲ ਸੰਬੰਧ ਰੱਖਦੇ ਨੇ। ਔਰ ਖੇਤੀਬਾੜੀ ਦੇ ਨਾਲ ਸੰਬੰਧਿਤ ਸ਼ਬਦਾਵਲੀ ਜੋ ਪੰਜਾਬ ਵਿੱਚ ਵਰਤੀ ਜਾਂਦੀ ਹੈ ਉਹਨੂੰ ਅਸੀਂ ਚਿੱਤਰਾਂ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਪਸ਼ਟ ਤੌਰ 'ਤੇ ਪਤਾ ਲੱਗ ਸਕੇ ਕਿ ਕਿਹੜਾ ਸ਼ਬਦ ਕਿਸ ਚੀਜ਼ ਦੇ ਲਈ ਵਰਤਿਆ ਜਾਂਦਾ ਹੈ। ਖੇਤੀਬਾੜੀ ਨਾਲ ਸੰਬੰਧਿਤ ਸ਼ਬਦਾਵਲੀ ਵਿੱਚ ਸਭ ਤੋਂ ਪਹਿਲਾਂ ਹੈ ਜੀ ਕਿਸਾਨ। ਕਿਸਾਨ ਉਹ ਹੈ ਜੋ ਖੇਤਾਂ ਵਿੱਚ ਕੰਮ ਕਰਦੇ ਆ, ਉਸ ਨੂੰ ਕਿਸਾਨ ਕਿਹਾ ਜਾਂਦਾ। ਔਰ ਖੇਤ ਉਹ ਹੈ ਜਿਨ੍ਹਾਂ ਖੇਤਾਂ ਵਿੱਚ ਕੰਮ ਕੀਤਾ ਜਾਂਦਾ। ਖੇਤ ਕਹਿ ਲਿਆ ਜਾਂਦਾ, ਪੈਲੀਆਂ ਕਹਿ ਲਿਆ ਜਾਂਦਾ, ਜਿੱਥੇ ਫਸਲ ਉਗਾਈ ਜਾਂਦੀ ਹੈ। ਅਗਲਾ ਸ਼ਬਦ ਹੈ ਹਲ। ਜਿਵੇਂ ਕਿ ਪਹਿਲੇ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ, ਦੋ ਬਲਦਾਂ ਦੇ ਵਿਚਕਾਰ ਇੱਕ ਲੋਹਾ ਅਤੇ ਲੱਕੜ, ਇਸ ਦੇ ਸੁਮੇਲ ਦੇ ਨਾਲ ਬਣਿਆ ਇੱਕ ਹਲ ਜੋ ਕਿ ਬਹੁਤ ਤਿੱਖਾ ਹੁੰਦਾ ਹੈ, ਇੱਕ ਹੀ ਹੁੰਦਾ ਹੈ। ਅਤੇ ਸਾਰੇ ਖੇਤ ਵਿੱਚ ਪਹਿਲਾਂ ਜਿਹੜਾ ਪੁਰਾਤਨ ਤਰੀਕਾ ਸੀ ਖੇਤ ਨੂੰ ਵਾਹੁਣ ਦਾ, ਉਹਦੇ ਵਿੱਚ ਹਲ ਵਰਤੇ ਜਾਂਦੇ ਸੀ ਜਿਨ੍ਹਾਂ ਨੂੰ ਬਲਦਾਂ ਦੇ ਰਾਹੀਂ ਜੋਤ ਕੇ ਅਤੇ ਇਹ ਚਲਾਇਆ ਜਾਂਦਾ ਸੀ। ਪੰਜਾਲੀ ਕਿਹਾ ਜਾਂਦਾ ਹੈ। ਚਿੱਤਰ ਦੂਸਰੇ 'ਚ ਤੁਸੀਂ ਦੇਖ ਰਹੇ ਹੋ, ਦੋ ਬਲਦਾਂ ਦੇ ਗਰਦਨ ਦੇ ਵਿਚਕਾਰ, ਦੋਨਾਂ ਦੀ ਗਰਦਨ ਦੇ ਵਿੱਚ ਇੱਕ ਲੱਕੜ ਦਾ ਚੌਰਸਨੁਮਾ ਰੈਕਟੈਂਗਲ ਦੀ ਤਰ੍ਹਾਂ ਇੱਕ ਜਿਹੜਾ ਤੁਸੀਂ ਦੇਖ ਰਹੇ ਹੋ ਗਲ ਦੇ ਵਿੱਚ ਪਾਇਆ ਹੋਇਆ, ਜੋ ਦੋ ਬਲਦਾਂ ਨੂੰ ਜੋੜ ਕੇ ਰੱਖਦੀ ਹੈ ਕਿ ਉਹ ਇਕੱਠੇ ਚੱਲਣ। ਇਹਦੇ ਨਾਲ ਹਲ ਵਾਹਿਆ ਜਾਂਦਾ ਅਤੇ ਗਲ ਦੇ ਵਿੱਚ ਪੰਜਾਲੀ ਪਾ ਕੇ ਫਿਰ ਉਹ ਇਕੱਠੇ ਚੱਲਦੇ ਆ। ਦੋਨੋਂ ਪਸ਼ੂ, ਕੋਈ ਵੀ ਪਸ਼ੂ ਹੋ ਸਕਦੇ ਆ। ਇਸ ਨੂੰ ਕਿਹਾ ਜਾਂਦਾ ਪੰਜਾਲੀ, ਜੋ ਲੱਕੜ ਦੀ ਬਣੀ ਹੋਈ ਦੋ ਬਲਦਾਂ ਦੇ ਜਾਂ ਦੋ ਪਸ਼ੂਆਂ ਦੇ ਗਲ ਦੇ ਵਿੱਚ ਪਾਈ ਜਾਂਦੀ ਹੈ। ਅਗਲੀ ਆਧੁਨਿਕ ਖੇਤੀਬਾੜੀ ਦੇ ਜਿਹੜੇ ਸੰਦ ਆ ਉਹਨਾਂ ਦੇ ਵਿੱਚ ਟਰੈਕਟਰ ਅਤੇ ਟਰਾਲੀ ਦੀ ਬਹੁਤ ਹੀ ਮਹੱਤਤਾ ਹੈ। ਜੋ ਕੰਮ ਪਹਿਲਾਂ ਪਸ਼ੂਆਂ ਦੁਆਰਾ ਕੀਤਾ ਜਾਂਦਾ ਸੀ ਉਹ ਹੁਣ ਮਸ਼ੀਨਰੀ ਨੇ ਉਸ ਦੀ ਜਗ੍ਹਾ ਲੈ ਲਈ। ਸੋ ਟਰੈਕਟਰ ਅਗਲਾ ਹਿੱਸਾ ਜਿਹੜਾ ਹੈ ਉਹ ਟਰੈਕਟਰ ਹੈ। ਪਿਛਲਾ ਹਿੱਸਾ ਜਿਹਦੇ ਵਿੱਚ ਮਿੱਟੀ ਢੋਈ ਹੈ ਜਾਂ ਫਿਰ ਕੋਈ ਵੀ ਜਿਹੜੀ ਚੀਜ਼ ਲੋਡ ਕਰਨ ਵਾਸਤੇ ਟਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਫਸਲਾਂ ਨੂੰ ਮੰਡੀ ਵਿੱਚ ਪਹੁੰਚਾਉਣ ਦੇ ਲਈ ਟਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵੀ ਖੇਤੀਬਾੜੀ ਦੇ ਵਿੱਚ ਟਰੈਕਟਰ ਟਰਾਲੀ ਦੀ ਬਹੁਤ ਮਹੱਤਤਾ ਬਣ ਚੁੱਕੀ ਹੈ ਅੱਜ ਦੇ ਸਮੇਂ ਵਿੱਚ। ਖਾਦ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲਾਂ ਹੈ ਖਾਦ ਜਿਹੜੀ ਕਿ ਖੇਤਾਂ ਦੇ ਵਿੱਚ ਪਾਈ ਜਾਂਦੀ ਹੈ, ਜਿੱਦਾਂ ਯੂਰੀਆ ਹੋ ਗਈ, ਜਿਹੜੀ ਸਾਨੂੰ ਸਰਕਾਰ ਵੱਲੋਂ ਵੀ ਸਪਲਾਈ ਕੀਤੀ ਜਾਂਦੀ ਹੈ ਜਾਂ ਫਿਰ ਦੁਕਾਨਾਂ ਦੇ ਵਿੱਚ ਉਪਲਬਧ ਹੁੰਦੀ ਹੈ। ਦੂਸਰਾ ਹੈ ਰੂੜੀ। ਰੂੜੀ ਕਿਹਾ ਜਾਂਦਾ ਜਿਹੜੀ ਕਿ ਕਈ ਵਾਰ ਘਰਾਂ ਦੇ ਵਿੱਚ ਵੀ ਤਿਆਰ ਕਰ ਲਈ ਜਾਂਦੀ ਹੈ। ਫੁੱਲਾਂ ਨੂੰ, ਪੌਦਿਆਂ ਨੂੰ ਘਰ ਦੇ ਵਿੱਚ ਬਾਗਬਾਨੀ ਕਰਦੇ ਸਮੇਂ ਅਸੀਂ ਘਰ ਦੇ ਵਿੱਚ ਤਿਆਰ ਕੀਤੀ ਹੋਈ ਰੂੜੀ ਜਿਹੜੀ ਪਾਉਂਦੇ ਹਾਂ। ਕਈ ਵਾਰ ਪਸ਼ੂਆਂ ਦੇ ਮਲ ਮੂਤਰ ਤੋਂ ਜਾਂ ਇੱਧਰ ਉੱਧਰੋਂ ਸਮਾਨ ਜਿਹੜਾ ਹੁੰਦਾ, ਕੱਚੀਆਂ ਗਲੀਆਂ ਸਬਜ਼ੀਆਂ ਵਗੈਰਾ ਇਕੱਠੀਆਂ ਕਰਕੇ ਉਹਨਾਂ ਦੀ ਰੂੜੀ ਵੀ ਤਿਆਰ ਕੀਤੀ ਜਾਂਦੀ, ਜੋ ਕਿ ਖੇਤਾਂ ਵਿੱਚ ਪਾਈ ਜਾਂਦੀ ਹੈ। ਇਹ ਔਰਗੈਨਿਕ ਹੁੰਦੀ ਆ ਔਰ ਖੇਤਾਂ ਦੇ ਲਈ, ਫਸਲਾਂ ਦੇ ਲਈ, ਫੁੱਲਾਂ ਪੌਦਿਆਂ ਦੇ ਲਈ, ਸਬਜ਼ੀਆਂ ਦੇ ਲਈ ਬਹੁਤ ਵਧੀਆ ਹੁੰਦੀ ਹੈ। ਅਗਲਾ ਹੈ ਟਿਊਬਵੈੱਲ। ਟਿਊਬਵੈੱਲ ਕਿਹਾ ਜਾਂਦਾ ਬੰਬੀ ਨੂੰ, ਮਤਲਬ ਸਿੰਚਾਈ ਦੇ ਸਾਧਨਾਂ ਦੇ ਵਿੱਚ ਟਿਊਬਵੈੱਲ ਦੀ ਇੱਕ ਆਪਣੀ ਖਾਸ ਮਹੱਤਤਾ ਹੈ। ਚਿੱਤਰ ਪਹਿਲੇ ਵਿੱਚ ਵੇਖ ਰਹੇ ਹੋ, ਇੱਕ ਪਾਈਪਨੁਮਾ ਚੀਜ਼ ਹੈ ਜਿਹਦੇ ਵਿੱਚੋਂ ਪਾਣੀ ਨਿਕਲਦਾ ਪਿਆ ਔਰ ਇਸ ਪਾਣੀ ਦੇ ਰਾਹੀਂ ਫਸਲਾਂ ਨੂੰ ਸਿੰਚਿਆ ਜਾਂਦਾ। ਫਸਲਾਂ ਦੀ ਸਿੰਚਾਈ ਦੇ ਲਈ ਟਿਊਬਵੈੱਲ ਦੀ ਵਰਤੋਂ ਕੀਤੀ ਜਾਂਦੀ। ਪਹਿਲਾਂ ਇਹ ਸਿੰਚਾਈ ਖੂਹਾਂ ਦੇ ਰਾਹੀਂ ਕੀਤੀ ਜਾਂਦੀ ਸੀ, ਪਰ ਹੁਣ ਟਿਊਬਵੈੱਲ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੈ ਕਹੀ। ਖੇਤਾਂ ਦੇ ਵਿੱਚ ਘਾਹ ਬੂਰ ਦੀ ਸਾਫ਼ ਸਫਾਈ ਦੇ ਲਈ ਜਾਂ ਫਿਰ ਜਿੱਦਾਂ ਖਾਲ ਵਗੈਰਾ ਹੁੰਦੇ ਜਿਨ੍ਹਾਂ ਦੇ ਰਾਹੀਂ ਪਾਣੀ ਲਗਾਇਆ ਜਾਂਦਾ, ਉਹਨਾਂ ਨੂੰ ਸਾਫ਼ ਕਰਨ ਦੇ ਲਈ ਕਹੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜਾ ਕਿ ਲੱਕੜ ਅਤੇ ਲੋਹੇ ਦੇ ਜਾਂ ਸਟੀਲ ਦੇ ਨਾਲ ਬਣਾਏ ਜਾਂਦੇ। ਇਸ ਸੰਦ ਨੂੰ ਬਣਾਇਆ ਜਾਂਦਾ ਹੈ। ਇਹ ਅੱਗਿਓਂ ਬਿਲਕੁਲ ਚਪਟਾ ਅਤੇ ਤਿੱਖਾ ਹੁੰਦਾ ਔਰ ਇਹਦੇ ਹੈਂਡਲ ਤੋਂ ਪਕੜ ਕੇ ਇਹਦਾ ਜਿਹੜਾ ਇਸਤੇਮਾਲ ਉਹ ਕੀਤਾ ਜਾਂਦਾ ਹੈ।
ਜਿਵੇਂ ਪਹਿਲਾਂ ਮੈਂ ਦੱਸਿਆ ਹਲ, ਹਲ ਦਾ ਮਤਲਬ ਇੱਕ ਸੀਗਾ, ਹੱਲਾਂ, ਹਲ ਦਾ ਹੀ ਪਲੂਰਲ ਹੈ, ਬਹੁਵਚਨ ਹੈ। ਪਰ ਜਦੋਂ ਹਲ ਵਾਹਿਆ ਜਾਂਦਾ ਸੀ ਤਾਂ ਉਦੋਂ ਪਸ਼ੂਆਂ ਦੇ ਨਾਲ ਵਾਹਿਆ ਜਾਂਦਾ ਸੀ। ਪਰ ਇੱਕ ਇਹ ਨੌਂਦਰ ਨੁਮਾ ਹੁੰਦਾ ਜਿਹੜਾ ਹਲ ਸੀਗਾ। ਪਰ ਹੁਣ ਇਹ ਜਿਹੜਾ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ, ਇੱਕ ਦੀ ਬਜਾਏ ਇਹ ਬਹੁਤ ਸਾਰੇ ਜਿਹੜੇ ਹੈਗੇ ਆ ਹਲ ਨਜ਼ਰ ਆ ਰਹੇ, ਜਿਹੜੇ ਟਰੈਕਟਰ ਦੇ ਪਿੱਛੇ ਲਗਾਏ, ਇਸ ਲਈ ਇਹਨੂੰ ਹੱਲਾਂ ਕਿਹਾ ਜਾਂਦਾ। ਇਹਦੇ ਪਿੱਛੇ ਜਿਹੜੀਆਂ ਤਿੱਖੀਆਂ ਛੁਰੀਆਂ ਹੈ, ਉਹ ਛੁਰੀਆਂ ਨੇ ਉਹ 8 ਤੋਂ 10 ਵੀ ਹੋ ਸਕਦੀਆਂ। ਸੋ ਇਹ ਆਧੁਨਿਕ ਜਿਹੜੇ ਖੇਤੀਬਾੜੀ ਦੇ ਸੰਦ ਉਹਨਾਂ ਵਿੱਚ ਆਉਂਦਾ ਹੈ। ਅੱਗੇ ਹੈ ਤੰਗਲੀ। ਤੰਗਲੀ ਅਗਲੇ ਪਾਸਿਓਂ ਇੱਕ ਤਿੱਖੇ ਪੰਜੇ ਦੀ ਤਰ੍ਹਾਂ ਅਤੇ ਪਿੱਛੋਂ ਇੱਕ ਹੈਂਡਲ। ਇਸ ਦਾ ਇਸਤੇਮਾਲ ਵੀ ਖੇਤਾਂ ਵਿੱਚ ਕੀਤਾ ਜਾਂਦਾ, ਖਾਸ ਕਰਕੇ ਤੂੜੀ ਨੂੰ ਉੱਪਰ ਥੱਲੇ ਕਰਨ ਦੇ ਲਈ ਤੰਗਲੀ ਦੀ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਹੈ। ਅਗਲਾ ਸ਼ਬਦ ਹੈ ਵੱਟਾਂ। ਵੱਟਾਂ ਕਹਿੰਦੇ ਹਨ ਖੇਤ ਦੇ ਵਿੱਚ ਜਿਹੜੀਆਂ ਪਾਈਆਂ ਜਾਂਦੀਆਂ, ਔਰ ਤਸਵੀਰ ਪਹਿਲੀ 'ਚ ਤੁਸੀਂ ਦੇਖ ਸਕਦੇ ਹੋ, ਇੱਕ ਵੱਟ ਦੇ ਉੱਤੇ ਬਿਜਾਈ ਕੀਤੀ, ਦੂਜੀ ਵੱਟ ਦੇ ਉੱਤੇ ਇੱਦਾਂ ਫਸਲਾਂ ਦੇ ਵਿੱਚ ਵੱਟਾਂ ਪਾ ਕੇ ਫਿਰ ਸਬਜ਼ੀਆਂ ਨੂੰ ਉਗਾਇਆ ਜਾਂਦਾ ਹੈ। ਖਾਲ ਕਹਿੰਦੇ ਆ ਖੇਤ ਦੇ ਵਿੱਚ ਇੱਕ ਇਹੋ ਜਿਹੀ ਡੰਡੀ, ਚੌੜੀ ਦੋ ਡੰਡੀਆਂ ਦੇ ਵਿਚਕਾਰ ਇਹੋ ਜਿਹੀ ਜਗ੍ਹਾ ਜਿਹਦੇ ਵਿੱਚ ਪਾਣੀ ਖੇਤਾਂ ਦੇ ਇੱਕ ਖੇਤ ਤੋਂ ਦੂਜੇ ਖੇਤ ਨੂੰ ਲਗਾਇਆ ਜਾਂਦਾ। ਪਾਣੀ ਸਿੰਚਾਈ ਕਰਨ ਦੇ ਲਈ ਖਾਲ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਨਹਿਰਾਂ ਦੇ ਪਾਣੀ ਦੇ ਲਈ ਵੀ ਖਾਲ ਦੀ ਵਰਤੋਂ ਕੀਤੀ ਜਾਂਦੀ ਸੀ, ਜਾਂ ਫਿਰ ਖੇਤਾਂ ਦੇ ਵਿੱਚ ਟਿਊਬਵੈੱਲ ਦੇ ਰਾਹੀਂ ਵੀ ਸਿੰਚਾਈ ਕੀਤੀ ਜਾਵੇ ਤਾਂ ਖਾਲ ਦੀ ਵਰਤੋਂ ਕੀਤੀ ਜਾਂਦੀ, ਜਿਹਦੇ ਰਾਹੀਂ ਪਾਣੀ ਖੇਤਾਂ ਦੇ ਵਿੱਚ ਲਗਾਇਆ ਜਾਂਦਾ ਹੈ। ਅਗਲਾ ਸ਼ਬਦ ਹੈ ਪਨੀਰੀ। ਪਨੀਰੀ ਜਿਵੇਂ ਤੁਸੀਂ ਪਹਿਲੀ ਤਸਵੀਰ ਵਿੱਚ ਦੇਖ ਰਹੇ ਹੋ ਕਿ ਪਨੀਰੀ ਝੋਨਾ ਜਿਹੜਾ ਹੈਗਾ, ਫਸਲ ਜਿਹੜੀ ਚਾਵਲ ਦੀ ਫਸਲ ਉਗਾਉਣ ਦੇ ਲਈ ਪਹਿਲਾਂ ਉਹਦਾ ਬੂਟਾ ਤਿਆਰ ਕੀਤਾ ਜਾਂਦਾ ਬੀਜ ਪਾ ਕੇ। ਘਰਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਫੁੱਲ ਪੌਦੇ ਵੀ ਲਗਾਉਣੇ ਹੋਣ ਤਾਂ ਪਹਿਲਾਂ ਬੀਜ ਪਾ ਕੇ ਛੋਟੇ ਛੋਟੇ ਬੂਟੇ ਤਿਆਰ ਕੀਤੇ ਜਾਂਦੇ, ਜਿਹਦੇ ਤੋਂ ਇਹ ਛੋਟੇ ਛੋਟੇ ਬੂਟੇ ਜਿਹੜੇ ਬਾਅਦ ਵਿੱਚ ਸਾਰੇ ਖੇਤ ਦੇ ਵਿੱਚ ਲਗਾ ਦਿੱਤੇ ਜਾਂਦੇ। ਇਹ ਪਨੀਰੀ ਪੁੱਟ ਕੇ ਇਕੱਲਾ ਇਕੱਲਾ ਬੂਟਾ ਖੇਤ ਵਿੱਚ ਲਗਾ ਕੇ ਜਦੋਂ ਝੋਨੇ ਦੀ ਬਿਜਾਈ ਕੀਤੀ ਜਾਂਦੀ ਤਾਂ ਇਹਦਾ ਇਸਤੇਮਾਲ ਕੀਤਾ ਜਾਂਦਾ। ਛੋਟੇ ਛੋਟੇ ਬੀਜ ਤੋਂ ਤਿਆਰ ਹੋਏ ਜਿਹੜੇ ਛੋਟੇ ਬੂਟੇ, ਉਹਨਾਂ ਨੂੰ ਪਨੀਰੀ ਕਿਹਾ ਜਾਂਦਾ। ਖੇਤ ਜਿੱਥੇ ਫਸਲ ਉਗਾਈ ਜਾਂਦੀ ਉਹਨੂੰ ਖੇਤ ਕਿਹਾ ਜਾਂਦਾ। ਦਾਤਰੀ ਹੈ ਇੱਕ ਚੰਦਰਮਾ ਨੁਮਾ ਸ਼ੇਪ ਹੈਗੀ ਇਹਦੀ, ਅੱਗਿਓਂ ਜਿਹੜੀ ਬਹੁਤ ਤਿੱਖੀ ਆ, ਪਿੱਛੇ ਹੈਂਡਲ ਹੈ। ਖਾਸ ਕਰਕੇ ਪਸ਼ੂਆਂ ਦਾ ਚਾਰਾ ਕੱਟਣ ਦੇ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਸੰਦ ਹੈ ਰੰਬੀ। ਇਸ ਸੰਦ ਦੇ ਰਾਹੀਂ ਅਸੀਂ ਚਪਟਾ ਹੈ ਅੱਗਿਓਂ, ਠੀਕ, ਤਿੱਖਾ ਹੈ, ਲੋਹੇ ਦਾ, ਔਰ ਪਿਛਲੇ ਪਾਸੇ ਇਹਦਾ ਹੈਂਡਲ ਹੁੰਦਾ। ਛੋਟੀ ਛੋਟੀ ਗੁਡਾਈ ਵਗੈਰਾ ਕਰਨ ਦੇ ਲਈ ਰੰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਬਲਦ, ਦੋ ਬਲਦ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੂੰ ਖੇਤਾਂ ਦੇ ਵਿੱਚ ਜੋਇਆ ਜਾਂਦਾ, ਹਲ ਵਾਹੁਣ ਦੇ ਲਈ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ। ਗੱਡਾ, ਇਹਦੇ ਅੱਗੇ ਝੋਟਾ ਜਾਂ ਬਲਦ, ਕੋਈ ਵੀ ਪਸ਼ੂ ਜੋ ਕਿ ਗੱਡੇ ਦਾ ਨਾਲ ਜਿੱਦਾਂ ਚਾਰਾ ਪਸ਼ੂਆਂ ਦਾ ਇੱਧਰ ਤੋਂ ਉੱਧਰ ਲਿਜਾਇਆ ਜਾਂਦਾ, ਜਾਂ ਫਿਰ ਗੱਡੇ ਦੇ ਨਾਲ ਹੋਰ ਵੀ ਨਿੱਕੇ ਨਿੱਕੇ ਕੰਮ ਖੇਤੀਬਾੜੀ ਦੇ ਬਹੁਤ ਸਾਰੇ ਜਿਹੜੇ ਕੀਤੇ ਜਾਂਦੇ ਆ, ਜਿਵੇਂ ਕਿ ਗੱਡੇ ਦੇ ਰਾਹੀਂ ਰੂੜੀ ਨੂੰ ਇੱਧਰ ਉੱਧਰ ਲੈ ਕੇ ਜਾਣਾ ਕਰਨਾ। ਥੋੜ੍ਹੀ ਬਹੁਤੀ ਫਸਲ ਗੱਡੇ ਦੇ ਰਾਹੀਂ ਵੀ ਇੱਧਰ ਉੱਧਰ ਪਹੁੰਚਾਈ ਜਾਂਦੀ ਸੀਗੀ ਪਹਿਲਾਂ। ਗੱਡੇ ਦੀ ਵੀ ਇੱਕ ਆਪਣੀ ਖਾਸ ਮਹੱਤਤਾ ਰਹੀ ਹੈ ਖੇਤੀਬਾੜੀ ਦੇ ਵਿੱਚ। ਬਿਜਾਈ ਦਾ ਮਤਲਬ ਹੈ ਜਦੋਂ ਖੇਤਾਂ ਦੇ ਵਿੱਚ ਫਸਲ ਨੂੰ ਬੀਜਿਆ ਜਾਂਦਾ। ਤੁਸੀਂ ਦੇਖ ਰਹੇ ਹੋ ਝੋਨੇ ਦੀ ਪਨੀਰੀ ਲਗਾਈ ਜਾ ਰਹੀ ਹੈ। ਬਿਜਾਈ ਮਤਲਬ ਬੀਜਣਾ। ਕਟਾਈ ਹੈ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਸ ਨੂੰ ਕੱਟਿਆ ਜਾਂਦਾ, ਜਦੋਂ ਉਹਨੂੰ ਕਹਿੰਦੇ ਆ ਕਟਾਈ। ਕੱਦੂ ਕਰਨਾ, ਝੋਨੇ ਨੂੰ ਬੀਜਣ ਤੋਂ ਪਹਿਲਾਂ ਚਾਵਲ ਦੀ ਫਸਲ ਦੇ ਲਈ ਬਹੁਤ ਪਾਣੀ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਸ ਨੂੰ ਬੀਜਣ ਤੋਂ ਪਹਿਲਾਂ ਕੱਦੂ ਕੀਤਾ ਜਾਂਦਾ। ਖੇਤ ਵਿੱਚ ਬਹੁਤ ਸਾਰਾ ਪਾਣੀ ਛੱਡ ਕੇ ਟਰੈਕਟਰ, ਹੱਲਾਂ, ਸੁਹਾਗੇ ਦੇ ਨਾਲ ਪੂਰਾ ਜਿਹੜਾ ਖੇਤ ਹੈ ਉਹਨੂੰ ਪੂਰੀ ਤਰ੍ਹਾਂ ਪਾਣੀ ਦੇ ਨਾਲ ਤਰ ਕੀਤਾ ਜਾਂਦਾ। ਫਿਰ ਉਹਦੀ ਜ਼ਮੀਨ ਇੰਨੀ ਕੁ ਪੋਲੀ ਹੋ ਜਾਂਦੀ ਕਿ ਉਹਦੇ ਵਿੱਚ ਇਕੱਲਾ ਇਕੱਲਾ ਬੂਟਾ ਝੋਨੇ ਦੀ ਪਨੀਰੀ ਦਾ ਲਗਾਇਆ ਜਾਂਦਾ ਹੈ। ਆਧੁਨਿਕ ਖੇਤੀਬਾੜੀ ਦੇ ਸੰਦਾਂ ਵਿੱਚ ਹੀ ਸ਼ਬਦ ਆਉਂਦਾ ਤਵੀਆਂ। ਤਵੀਆਂ ਤਿੱਖੀਆਂ ਅਤੇ ਗੋਲ ਹੁੰਦੀਆਂ, ਔਰ ਖੇਤ ਨੂੰ ਵਾਹੁਣ ਦੇ ਲਈ, ਸਮਤਲ ਕਰਨ ਦੇ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਟਰੈਕਟਰ ਦੇ ਪਿੱਛੇ ਤਵੀਆਂ ਪਾ ਕੇ ਖੇਤਾਂ ਨੂੰ ਖੂਬਸੂਰਤ ਬਣਾਇਆ ਜਾਂਦਾ, ਸਮਤਲ ਬਣਾਇਆ ਜਾਂਦਾ, ਵਾਹਿਆ ਜਾਂਦਾ। ਆਸ ਕਰਦੀ ਹਾਂ ਕਿ ਇਹਨਾਂ ਸਾਰੇ ਸ਼ਬਦਾਂ ਦੇ ਰਾਹੀਂ ਔਰ ਚਿੱਤਰਾਂ ਦੇ ਰਾਹੀਂ ਖੇਤੀਬਾੜੀ ਨਾਲ ਜੁੜੀ ਸ਼ਬਦਾਵਲੀ ਦੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹਨਾਂ ਦੇ ਸੰਕਲਪ ਤੁਹਾਨੂੰ ਸਪਸ਼ਟ ਹੋਏ ਹੋਣਗੇ। ਬਹੁਤ ਸ਼ੁਕਰੀਆ, ਧੰਨਵਾਦ।